ਹਾਂਜੀ ਗਿਆਨੀ ਜੀ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਸਿੱਖ ਧਰਮ ਦੇ ਵਿੱਚ ਕਿ ਬਾਬੇ ਜਿਹੜੇ ਹੈਗੇ ਆ ਬਹੁਤ ਉੱਠ ਰਹੇ ਆ ਤੇ ਆਪਾਂ ਗੱਲ ਕਰਦੇ ਆ ਡੇਰਾਵਾਦ ਦੀ। ਤੇ ਡੇਰਾਵਾਦ ਅੱਜ ਕੱਲ ਇੰਨਾ ਹੀ ਕੁ ਫੈਲ ਚੁੱਕਿਆ ਕਿ ਉਹਨਾਂ ਨੇ ਆਪਣੀਆਂ ਇੱਕ ਜਿੱਦਾਂ ਸਟੇਟਸ ਇੰਨਾ ਕੁ ਵੱਡਾ ਕਾਇਮ ਕਰ ਲਿਆ ਕਿ ਲੋਕ ਜਿਹੜੇ ਹੈਗੇ ਗੁਰੂ ਵੱਲੋਂ ਹਟ ਕੇ ਤੇ ਉਹਨਾਂ ਡੇਰਿਆਂ ਵੱਲ ਉਹਨਾਂ ਨੂੰ ਹੀ ਗੁਰੂ ਸਮਝਣ ਲੱਗੇ। ਤੇ ਇਹਦਾ ਉਹੋ ਹੀ ਪੁੱਛਣ ਚਾਹੁੰਦੀ ਹੈ ਕਿ ਕਾਰਨ ਕੀ ਆ ਕਿ ਅਸੀਂ ਆਪਣੇ ਗੁਰੂ ਦੇ ਨਾਲ ਟੁੱਟ ਕੇ ਤੇ ਉਹਨਾਂ ਬਾਬੇ ਜਿਹੜੇ ਡੇਰੇ ਦੇ ਵਿੱਚ ਬਾਬੇ ਬੈਠੇ ਆ ਉਹਨਾਂ ਦੇ ਵੱਲ ਇੰਨਾ ਕਿਉਂ ਰੁਝਾਨ ਹੋ ਜਾਂਦਾ ਇਹਨਾਂ ਦਾ? ਉਹਦੇ ਮੈਂ ਦੋ ਕਾਰਨ ਸਮਝਦਾ ਹਾਂ ਜੀ। ਇੱਕ ਤਾਂ ਅਗਿਆਨਤਾ ਜਿਹੜਾ ਆਪਾਂ ਕਰ ਲਿਆ, ਤੇ ਦੂਸਰਾ ਸਮਾਜਿਕ ਪੱਖ ਤੋਂ ਇੱਕ ਕਾਰਨ ਸਮਝਦਾ ਮੈਂ। ਸਮਾਜਿਕ ਪੱਖ ਤੋਂ ਸਾਡਾ ਜਿਹੜਾ ਧਰਮ ਆ ਉਹ ਸਮਾਜ ਭਲਾਈ ਦੇ ਕਾਰਜ ਕੋਈ ਸ਼ੱਕ ਨਹੀਂ ਬੜੇ ਵਧੀਆ ਕਰਦਾ। ਸੇਵਾ ਦੇ ਕਾਰਜ ਕੁਝ ਸੰਸਥਾਵਾਂ ਇੰਡੀਵਿਜੂਅਲੀ ਬੜੇ ਕਰ ਰਹੀਆਂ ਨੇ, ਪਰ ਸੰਸਥਾਗਤ ਰੂਪ ਦੇ ਵਿੱਚ ਜੋ ਸਾਡੇ ਧਰਮ ਵੱਲੋਂ ਕੀਤਾ ਜਾਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਹੈ ਨਾ। ਹੁਣ ਮੈਂ ਪੜ੍ਹਦਾ ਹੁੰਨਾ ਵੀ ਕਹਿੰਦੇ ਆ ਜੀ ਫਲਾਣੇ ਬੰਦੇ ਨੂੰ ਬੜਾ ਲੋੜਵੰਦ ਸੀ, ਛੱਤ ਡਿੱਗ ਪਈ, ਘਰ ਦੀ ਲੋੜ ਸੀ ਤੇ ਫਲਾਣੇ ਡੇਰੇ ਵਾਲੇ ਆਏ ਤੇ 2 ਦਿਨਾਂ 'ਚ ਘਰ ਪਾ ਕੇ ਦੇ ਗਏ। ਇਹ ਉਹਨਾਂ ਦਾ ਬੜਾ ਵੱਡਾ ਪ੍ਰਚਾਰ ਹੈ। ਉਹ ਆਪਣੀ ਸਤਸੰਗ ਕਿਤੇ ਨਾ ਕਰਨ, ਉਹ ਕਿਸੇ ਨੂੰ ਇਹ ਨਾ ਕਹਿਣ ਵੀ ਸਾਡੇ ਨਾਲ ਜੁੜੋ, ਪਰ ਜਿਹੜਾ ਉਹਨਾਂ ਨੇ ਕੰਮ ਕਰਕੇ ਦੇ ਦਿੱਤਾ ਇੱਕ, ਉਹਨਾਂ ਦੇ ਕੰਮ ਨੇ ਕਿੰਨੇ ਲੋਕਾਂ ਨੂੰ ਖਿੱਚ ਲਿਆ, ਹੈ ਨਾ। ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਸ਼ੁਰੂਆਤ ਇੱਥੋਂ ਕੀਤੀ ਸੀ। ਅਸਲ ਵਿੱਚ ਨਾ ਸਾਡੇ ਗੁਰੂ ਸਾਹਿਬ ਸੀ ਜਿਹੜੇ, ਮੈਂ ਉਹਨਾਂ ਨੂੰ ਨੇਸ਼ਨ ਬਿਲਡਰ ਮੰਨਦਾ। ਉਹਦਾ ਕਾਰਨ ਇਹ ਆ ਬਈ ਗੁਰੂ ਸਾਹਿਬ ਨੇ ਕਈ ਸ਼ਹਿਰਾਂ ਦੀ ਸਥਾਪਤੀ ਕੀਤੀ ਆ। ਜੇ ਹੁਣ ਆਪਾਂ ਗੱਲ ਕਰੀਏ, ਹੁਣ ਸਾਡੇ ਕੋਲੇ ਕੇਵਲ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਹਨਾ, ਜਿਹਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਸਕਦੇ ਹਾਂ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ। ਬੇਸ਼ੱਕ ਉਹ ਅੰਮ੍ਰਿਤਸਰ ਦਾ ਗੁਰਦੁਆਰਾ ਹੋਵੇ, ਬੇਸ਼ੱਕ ਉਹ ਖਡੂਰ ਸਾਹਿਬ ਦਾ ਹੋਵੇ, ਗੋਇੰਦਵਾਲ ਸਾਹਿਬ ਦਾ ਹੋਵੇ, ਪੌਂਡਾ ਸਾਹਿਬ ਦਾ ਹੋਵੇ, ਕਿੰਨੇ ਵੀ ਜਿਹੜੇ ਸਾਡੇ ਇਤਿਹਾਸੀ ਸਥਾਨ ਨੇ, ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ। ਤੇ ਅੱਜ ਸਿੱਖ ਵੀ ਇਹ ਸਮਝਦੇ ਆ ਵੀ ਜੇ ਅੰਮ੍ਰਿਤਸਰ ਜਾਣਾ ਤਾਂ ਗੁਰਦੁਆਰੇ ਜਾ ਕੇ ਤੇ ਮੁੜ ਆਉਣਾ ਇੱਕ, ਹੈ ਨਾ। ਪਰ ਮੈਂ ਇੱਦਾਂ ਸਮਝਦਾ, ਮੈਨੂੰ ਨਾ ਪਿੱਛੇ ਜੇ ਕੋਈ ਭਾਈਬੰਦੀ ਕਹਿ ਰਿਹਾ ਸੀ ਜਦੋਂ ਕਰਤਾਰਪੁਰ ਕੋਰੀਡੋਰ ਬਣਿਆ, ਕਹਿੰਦਾ ਆਪਾਂ ਚੱਲ ਕੇ ਆਈਏ। ਮੈਂ ਕਿਹਾ ਨਹੀਂ ਯਾਰ। ਉਹ ਕਹਿੰਦਾ ਕੀ ਗੱਲ? ਮੈਂ ਕਿਹਾ ਮੈਂ ਉਸ ਕਰਤਾਰਪੁਰ 'ਚ ਜਾਣਾ ਚਾਹੁੰਦਾ ਜਿਹੜਾ ਗੁਰੂ ਨਾਨਕ ਨੇ ਵਸਾਇਆ ਸੀ, ਜਿੱਥੇ ਜ਼ਾਤ ਪਾਤ ਨਹੀਂ ਸੀ, ਜਿੱਥੇ ਵੰਡੀ ਨਹੀਂ ਸੀ, ਜਿੱਥੇ ਅਮੀਰ ਗਰੀਬ ਨਹੀਂ ਸੀ, ਜਿੱਥੇ ਸਾਂਝੀ ਖੇਤੀ ਹੁੰਦੀ ਸੀ। ਮੈਂ ਉਹ ਕਰਤਾਰਪੁਰ ਵੇਖਣਾ ਚਾਹੁੰਦਾ। ਮੈਨੂੰ ਅੰਮ੍ਰਿਤਸਰ ਲੈ ਚੱਲੋ, ਮੈਂ ਉਹ ਅੰਮ੍ਰਿਤਸਰ ਦੇਖਣਾ ਜਿਹੜਾ ਸਾਡੇ ਗੁਰੂ ਰਾਮਦਾਸ ਨੇ ਵਸਾਇਆ ਸੀ, ਜਿੱਥੇ ਕੋਈ ਨਸ਼ੇ ਦੀ ਦੁਕਾਨ ਨਹੀਂ ਸੀ, ਜਿੱਥੇ ਗੁਰੂ ਰਾਮਦਾਸ ਨੇ ਆਪ ਦੁਕਾਨਾਂ ਪਾ ਕੇ 52 ਕਿਸਮ ਦੇ ਕਾਰੀਗਰ ਲਿਆ ਕੇ ਉੱਥੇ ਬਿਠਾ ਲਏ ਸੀ, ਉਹਨਾਂ ਨੂੰ ਪੈਸੇ ਦਿੱਤੇ ਸੀ ਵੀ ਆਪਣਾ ਕੰਮ ਇੱਥੇ ਸ਼ੁਰੂ ਕਰੋ ਤੁਸੀਂ। ਉਹ ਅੰਮ੍ਰਿਤਸਰ ਦੇਖਣ ਦੀ ਮੇਰੀ ਇੱਛਾ ਆ। ਮੈਂ ਉਹ ਖਡੂਰ ਸਾਹਿਬ ਦੇਖਣਾ ਚਾਹੁੰਦਾ ਜਿੱਥੇ ਸਾਰੇ ਬਰਾਬਰ ਰਹਿੰਦੇ ਸੀ, ਜਿੱਥੇ ਇੱਕ ਫਿਰਕੇ ਦੇ ਲੋਕਾਂ ਦਾ, ਜਿਹਨੂੰ ਆਪਾਂ ਕਹਿ ਦਈਏ, ਰਿਹਾਇਸ਼ ਵੱਖਰੀ ਨਹੀਂ ਸੀ। ਅੱਜ ਕੱਲ੍ਹ ਦੇ ਸਮੇਂ ਪਿੰਡਾਂ ਸ਼ਹਿਰਾਂ 'ਚ ਕੀ ਹੁੰਦਾ ਆ ਜੀ, ਜਿਹੜੇ ਵਸੇ ਹੋਏ ਨੇ ਨਾ, ਉਹ ਮਤਲਬ ਜਿਹੜਾ ਬ੍ਰਹਮਣੀ ਸਮਾਜ ਆ ਉਹਦੇ ਅਕੋਰਡਿੰਗ ਵਸੇ ਹੋਏ ਨੇ ਵੀ ਚੜ੍ਹਦੇ ਪਾਸੇ ਉੱਚੀ ਜ਼ਾਤਾਂ ਦੇ ਘਰ, ਛਿਪਦੇ ਪਾਸੇ ਨੀਵੀਆਂ ਜ਼ਾਤਾਂ ਦੇ ਘਰ। ਸਾਡੇ ਇਤਿਹਾਸੀ ਥਾਵਾਂ ਤੇ ਵੀ ਇਹ ਹੋ ਚੁੱਕਿਆ ਵਾ। ਅਸਲ 'ਚ ਗੁਰੂ ਸਾਹਿਬ ਨੇ ਇਕੱਲੇ ਸਾਨੂੰ ਗੁਰਦੁਆਰੇ ਨਹੀਂ ਸੀ ਬਣਾ ਕੇ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਸ਼ਹਿਰ ਵਸਾ ਕੇ ਦਿੱਤੇ ਸੀ। ਸਾਡੇ ਤੋਂ ਸ਼ਹਿਰ ਨਹੀਂ ਸੰਭਾਲੇ ਗਏ। ਸਾਨੂੰ ਗੁਰੂ ਸਾਹਿਬ ਨੇ 10 ਸਰੂਪਾਂ ਦੇ ਵਿੱਚ ਵੱਖ-ਵੱਖ ਸ਼ਹਿਰ ਬਣਾਏ, ਸ਼ਹਿਰ ਬਣਾ ਕੇ ਤੇ ਸਾਨੂੰ ਉਹਨਾਂ ਦੀ ਤਰਜ਼ ਦੇ ਉੱਪਰ ਇੱਕ ਨੇਸ਼ਨ ਸਥਾਪਿਤ ਕਰਨ ਦਾ ਏਜੰਡਾ ਦਿੱਤਾ ਸੀ, ਜਿਹੜਾ ਸਾਡੀ ਕੌਮ ਨੂੰ ਵਿਸਰ ਗਿਆ। ਅਸੀਂ ਉਹਨਾਂ ਸ਼ਹਿਰਾਂ ਦੀ ਥਾਂ ਦੇ ਉੱਪਰ ਉਹਨਾਂ ਨਾਵਾਂ ਤੇ ਕੇਵਲ ਗੁਰਦੁਆਰੇ ਸੰਭਾਲ ਲਏ ਤੇ ਕੇਵਲ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਅੱਜ ਸਾਡੀ ਕੌਮ ਕਰਦੀ ਆ। ਚਾਹੀਦਾ ਇਹ ਸੀ ਸਾਡੀ ਕੌਮ ਉਹਨਾਂ ਸ਼ਹਿਰਾਂ ਦਾ ਪ੍ਰਬੰਧ ਸੰਭਾਲਦੀ, ਹੈ ਨਾ। ਇਹ ਅਸੀਂ ਕਹਿ ਸਕਦੇ ਹੁੰਦੇ ਵੀ ਸਾਡੇ ਧਰਮ ਦੇ ਵਿੱਚ ਸ਼ਰਾਬ ਨੂੰ ਕੋਈ ਮਾਨਤਾ ਨਹੀਂ ਤੇ ਅੰਮ੍ਰਿਤਸਰ ਗੁਰੂ ਕੀ ਨਗਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਦੇ ਉੱਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਠੇਕਾ ਨਹੀਂ ਹੋਣਾ ਚਾਹੀਦਾ ਸ਼ਰਾਬ ਦਾ। ਕਿੱਡਾ ਵੱਡਾ ਆਪਣੇ ਕੋਲ ਪੁਆਇੰਟ ਹੈ ਇੱਕ, ਹੈ ਨਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਰੇਆਮ ਸ਼ਰਾਬ ਦੀ ਮਨਾਹੀ ਕਰਦੀ ਆ। ਤੇ ਅੰਮ੍ਰਿਤਸਰ ਗੁਰੂ ਦਾ ਵਸਾਇਆ ਸ਼ਹਿਰ ਆ। ਗੁਰੂ ਦੇ ਵਸਾਏ ਸ਼ਹਿਰ ਵਿੱਚ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਗੁਰੂ ਦੇ ਮਤ ਦੇ ਵਿਪਰੀਤ ਆ। ਇਹ ਤਾਂ ਹੁੰਦੀ ਜੇ ਸ਼ਹਿਰ ਦਾ ਪ੍ਰਬੰਧ ਸਿੱਖਾਂ ਕੋਲ ਹੁੰਦਾ। ਸ਼ਹਿਰ ਦਾ ਪ੍ਰਬੰਧ ਸਿੱਖਾਂ ਕੋਲ ਨਹੀਂ, ਕੇਵਲ ਗੁਰਦੁਆਰੇ ਦਾ ਪ੍ਰਬੰਧ ਆ। ਤੇ ਗੁਰਦੁਆਰੇ ਦਾ ਪ੍ਰਬੰਧ ਵੀ ਹੁਣ ਮੈਂ ਮੰਨਾਂਗਾ ਵੀ ਉਸ ਰੂਪ ਦੇ ਵਿੱਚ ਨਹੀਂ ਜਿਸ ਰੂਪ 'ਚ ਹੋਣਾ ਚਾਹੀਦਾ ਹੈ। ਉੱਥੇ ਵੀ ਉਹ ਚੀਜ਼ਾਂ ਹੁੰਦੀਆਂ, ਮਤਲਬ ਆ ਪਿੱਛੇ ਜੇ ਦੇਖ ਲਓ ਹੁਣ ਕਿੱਡੀ ਵੱਡੀ ਘਟਨਾ ਵਾਪਰੀ ਕਿ ਮੈਂ ਡੇਰਾਵਾਦ ਵੱਲ ਬਾਅਦ 'ਚ ਆਉਣਾ, ਪਹਿਲਾਂ ਅਸੀਂ ਆਪਣੇ ਘਰ ਦੀਆਂ ਗੱਲਾਂ ਕਰ ਲਈਏ, ਹੈ ਨਾ। ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਹੁੰਦੀ, ਛਪਦੇ ਆ, ਛਪਾਈ ਹੁੰਦੀ ਹੈ, ਉਸ ਪ੍ਰੈਸ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਾਪਤਾ ਹੋ ਜਾਣਾ, ਇੱਕ ਸਰੂਪ ਦਾ ਨਹੀਂ, 2 ਦਾ ਨਹੀਂ, 328 ਤੇ ਉਹਨਾਂ ਦੀ ਆਪਣੀ ਰਿਪੋਰਟ ਦੱਸਦੀ ਆ। ਹੋਰ ਵੱਧ ਵੀ ਹੋ ਸਕਦੇ ਨੇ। ਇਹ ਕਿੱਡੀ ਸ਼ਰਮ ਵਾਲੀ ਗੱਲ ਆ ਸਾਡੇ ਲਈ। ਸਾਡੇ ਆਪਣੇ ਘਰ ਦੇ ਵਿੱਚੋਂ ਬੁਰਜ ਕਾਹਨ ਸਿੰਘ ਵਾਲਾ ਪਿੰਡ ਆ, ਉੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਸਨ 2015 ਦੇ ਵਿੱਚ। ਤਾਂ ਸਾਡੀ ਕੌਮ ਨੇ ਕਿੱਡਾ ਧਰਨਾ ਦਿੱਤਾ ਸੀ, ਕੋਟਕਪੂਰੇ ਦੇ ਵਿੱਚ ਉਹ ਸਾਰਾ ਜਾਮ ਕਰ ਦਿੱਤਾ ਸੀ, ਹੈ ਨਾ। ਇੱਕ ਵਾਰ ਸਰਕਾਰ ਹੱਲ ਗਈ ਸੀ। ਇੱਕ ਸਰਕਾਰ ਦੇ ਜਾਣ ਦਾ ਤੇ ਦੂਜੀ ਦੇ ਆਉਣ ਦਾ ਕਾਰਨ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਣ ਗਈ ਸੀ। ਇੱਕ ਗੁਰਦੁਆਰੇ 'ਚੋਂ ਸਰੂਪ ਇੱਕ ਗਿਆ ਤਾਂ ਕੌਮ ਕਿੱਡੀ ਪੱਧਰ ਤੇ ਚੇਤਨ ਹੋਈ।
ਪਰ ਜਿੱਥੋਂ ਛਪਦੇ ਆ ਉਥੋਂ 300 ਤੋਂ ਵੱਧ ਚਲੇ ਗਏ ਤੇ ਕੌਮ ਚੇਤਨ ਨਹੀਂ ਹੋ ਰਹੀ। ਤੇ ਸਾਡੀਆਂ ਜਿਹੜੀਆਂ ਸੰਪਰਦਾਵਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਖਾਂਦੀਆਂ ਨੇ, ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰੂ ਕੀ ਦੇਹ ਮੰਨਦੇ ਆ, ਗੁਰੂ ਸਾਹਿਬ ਭੋਗ ਵੀ ਲਾਉਂਦੇ ਆ, ਜਿਹੜੇ ਇਹ ਕਹਿੰਦੇ ਆ ਉਹ ਸੰਪਰਦਾਵਾਂ ਹਾਲੇ ਤੱਕ ਬੋਲੀਆਂ ਤੱਕ ਨਹੀਂ। ਇਸ ਮਸਲੇ ਦੇ ਉੱਪਰ ਉਹਨਾਂ ਨੇ ਕੋਈ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖਾਣ ਵਾਲੇ, ਸੰਪਟ ਪਾਠ, ਹੋਰ ਪਤਾ ਨਹੀਂ ਕੀ ਕੀ ਕਰਨ ਵਾਲੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਏ ਮਤਲਬ ਸਰੂਪਾਂ ਦੇ ਉਰੇ ਪਰੇ ਹੋਣ ਦੀ ਗੱਲ ਆਈ, ਉਦੋਂ ਖਾਮੋਸ਼ ਹੋ ਜਾਂਦੇ। ਤੇ ਜਦੋਂ ਫਿਰ ਇਹ ਸਮਾਂ ਲੰਘ ਜਾਂਦਾ ਫਿਰ ਉਹ ਉਦਾਂ ਹੀ ਨਿਕਲ ਕੇ ਸਾਹਮਣੇ ਆ ਜਾਂਦੇ ਨੇ, ਹੈ ਨਾ। ਉਹਦਾ ਕਾਰਨ ਇਹੀ ਆ ਵੀ ਸਾਡੇ ਜਿਹੜੇ ਸਿੱਖ ਸਮਾਜ ਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਨੇ ਕਿਸੇ ਨਾ ਕਿਸੇ ਥਾਂ ਤੇ ਜਿਹੜਾ ਆਪਣਾ IQ ਲੈਵਲ ਸੀ, ਜਿਹਨੂੰ ਗੁਰਬਾਣੀ ਦੇ ਅਕੋਰਡਿੰਗ ਬਣਾਉਣਾ ਸੀ, ਉਹਨੂੰ ਡੇਗਣਾ ਸ਼ੁਰੂ ਕਰ ਦਿੱਤਾ। ਤੇ ਜਿਹੜੀ ਗੱਲ ਆਪਾਂ ਡੇਰਾਵਾਦ ਦੀ ਕਰ ਰਹੇ ਸੀ, ਗੁਰੂ ਸਾਹਿਬ ਨੇ ਸ਼ਹਿਰ ਵਸਾਇਆ ਕਰਤਾਰਪੁਰ। ਦੇਖੋ ਗੁਰੂ ਨਾਨਕ ਸਾਹਿਬ ਦੇ ਕੋਲ ਆਪਣੇ 2 ਪਿੰਡ ਹੈਗੇ ਸੀ। ਤਲਵੰਡੀ 'ਚ ਉਹਨਾਂ ਦਾ ਜਨਮ ਹੋਇਆ ਰਾਏ ਭੋਏ ਦੀ, ਤੇ ਸੁਲਤਾਨਪੁਰ ਦੇ ਵਿੱਚ ਉਹਨਾਂ ਨੇ ਕਿਰਤਕਾਰ ਕੀਤੀ, ਹਨਾ। ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਸਾਹਿਬ ਚਾਹੁੰਦੇ ਤਾਂ ਤਲਵੰਡੀ ਵਿੱਚ ਵੀ ਤੇ ਜਾਂ ਸੁਲਤਾਨਪੁਰ ਵਿੱਚ ਵੀ ਧਰਮ ਪ੍ਰਚਾਰ ਕੇਂਦਰ ਸ਼ੁਰੂ ਕਰ ਸਕਦੇ ਸੀ, ਪਰ ਗੁਰੂ ਸਾਹਿਬ ਨੇ ਕਰਤਾਰਪੁਰ ਸੈਪਰੇਟ ਕਿਉਂ ਬਣਾਇਆ? ਠੀਕ, ਕਿਉਂਕਿ ਇੱਕ ਵਸੇ ਹੋਏ ਸ਼ਹਿਰ ਵਿੱਚ ਜਿੱਥੇ ਕਿਸੇ ਹੋਰ ਦਾ ਅਧਿਕਾਰ ਹੈ, ਉੱਥੇ ਤਬਦੀਲੀਆਂ ਕਰਨੀਆਂ ਕਠਿਨ ਸੀ। ਪਰ ਇੱਕ ਨਵੇਂ ਸਿਰਿਓਂ ਪਿੰਡ ਆਪਣੀ ਸੋਚ ਦੇ ਮੁਤਾਬਕ ਵਸਾਇਆ ਜਾ ਸਕਦਾ ਸੀ। ਗੁਰੂ ਸਾਹਿਬ ਨੇ ਆਪਣੀ, ਜਿਵੇਂ ਉਹ ਕਹਿੰਦੇ ਸੀ ਸਾਰੇ ਇੱਕੋ ਹੀ ਨੇ, ਕੋਈ ਉੱਚਾ ਨੀਵਾਂ ਨਹੀਂ, ਕੋਈ ਜ਼ਾਤ ਪਾਤ ਦਾ ਭੇਦਭਾਵ ਨਹੀਂ, ਕੰਮ ਕੋਈ ਵੀ ਕਰ ਸਕਦਾ। ਇੱਕ ਘਰ ਦੇ ਨਾਲ ਦੂਜੀ ਘਰ ਆ ਜਿਹੜਾ ਜਿਨ੍ਹਾਂ ਦੀ ਕੰਧ ਸਾਂਝੀ ਆ, ਉਹ ਕਿਸੇ ਵੀ ਜ਼ਾਤ ਦਾ ਹੋ ਸਕਦਾ ਆ, ਉਹ ਸਾਰੇ ਇੱਕ ਬਰਾਬਰ ਨੇ। ਉਸ ਸੋਚ ਦੇ ਆਧਾਰ ਤੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ, ਤੇ ਉਸ ਸੋਚ ਨੂੰ ਅੱਗੇ ਚਲਾਉਣ ਵਾਸਤੇ ਇੱਕ ਬੜਾ ਵੱਡਾ ਕਾਰਜ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਗਿਆ। ਉਹਨਾਂ ਨੂੰ ਆਖਿਆ ਗਿਆ ਵੀ ਤੁਸੀਂ ਨਵਾਂ ਪਿੰਡ ਨਹੀਂ ਵਸਾਉਣਾ, ਜਿਸ ਖਡੂਰ ਦੇ ਵਿੱਚੋਂ ਤੁਸੀਂ ਉੱਠ ਕੇ ਆਏ ਹੋ ਉਹਨੂੰ ਗੁਰੂ ਦੀ ਸੋਚ ਤੇ ਐਸਟੈਬਲਿਸ਼ ਕਰਨਾ ਵਾ, ਉਹਦੇ ਵਿੱਚ ਤਬਦੀਲੀ ਕਰਨੀ। ਇਹ ਹੁਣ ਗੁਰੂ ਅੰਗਦ ਸਾਹਿਬ ਦੇ ਲਈ ਬੜੀ ਵੱਡੀ ਜ਼ਿੰਮੇਵਾਰੀ ਤੇ ਬੜਾ ਵੱਡਾ ਕਾਰਜ ਸੀ। ਇੱਕ ਵਸੀ ਹੋਈ ਚੀਜ਼ ਨੂੰ ਮੁੜ ਤੋਂ ਵਸਾਉਣਾ, ਉਹਦੇ ਵਿੱਚ ਸ਼ੋਧਾਂ ਕਰਨੀਆਂ। ਤੇ ਉਹ ਜਦੋਂ ਗੁਰੂ ਸਾਹਿਬ ਉਹ ਸ਼ੋਧਾਂ ਕਰ ਰਹੇ ਸੀ, ਉਹ ਚੀਜ਼ਾਂ ਵੰਡੀਆਂ ਕੱਢ ਰਹੇ ਸੀਗੇ, ਤਾਂ ਗੁਰੂ ਅੰਗਦ ਸਾਹਿਬ ਦੇ ਉੱਪਰ ਉੱਥੇ ਹਮਲਾ ਵੀ ਹੋ ਗਿਆ ਸੀ, ਹੈਨਾ। ਉਹ ਹਮਲੇ ਦੇ ਵਿੱਚ ਠੀਕ ਹੈ ਕਤੱਪਾ ਮਾਰਿਆ ਗਿਆ ਸੀ, ਕਈ ਸਿੱਖ ਫੱਟੜ ਹੋਏ। ਉਹ ਪਹਿਲੀ ਲੜਾਈ ਸੀ ਸਾਡੇ ਸਿੱਖ ਧਰਮ ਦੀ। ਤਾਂ ਸਾਡੇ ਗੁਰੂ ਪਾਤਸ਼ਾਹ ਨੇ ਸਮਾਜਿਕ ਖੇਤਰ ਤੋਂ ਬੜਾ ਵੱਡਾ ਕਾਰਜ ਕੀਤਾ, ਘਰ ਪਾ ਕੇ ਦੇਣੇ। ਇਹ ਤਾਂ ਡੇਰੇਦਾਰ ਤਾਂ ਹੁਣ ਬਣਾਉਣ ਲੱਗੇ ਆ, ਪਰ ਗੁਰੂ ਸਾਹਿਬ ਤੇ ਪਿੰਡ ਵਸਾ ਕੇ ਦੇ ਦਿੰਦੇ ਆ ਲੋਕਾਂ ਨੂੰ, ਹੈ ਨਾ ਜੀ। ਤੇ ਫਿਰ 7ਵੇਂ ਪਾਤਸ਼ਾਹ ਦੇ ਸਮੇਂ ਦੇਖੋ ਕੀਰਤਪੁਰ ਸਾਹਿਬ ਦੀ ਧਰਤੀ, ਕਿ ਮੈਂ ਸਾਰੀ ਸੰਗਤ ਨੂੰ ਗੱਲ ਕਹਿਣੀ ਚਾਹੁੰਦਾ ਵਾਂ, ਤੁਸੀਂ ਧਿਆਨ ਦਿਓ। ਅੱਜ ਜੇ ਅਸੀਂ ਕੀਰਤਪੁਰ ਸਾਹਿਬ ਦੀ ਧਰਤੀ ਬਾਰੇ ਕਿਸੇ ਨੂੰ ਪੁੱਛੀਏ ਵੀ ਉਹਦੀ ਵਿਸ਼ੇਸ਼ਤਾ ਕੀ ਹੈ, ਤਾਂ ਮੈਂ ਦਾਅਵੇ ਨਾਲ ਕਹਿ ਸਕਦਾ 100 ਦੇ ਵਿੱਚੋਂ 90 ਸਿੱਖ ਇਹ ਕਹਿਣਗੇ ਵੀ ਉੱਥੇ ਜਾ ਕੇ ਜੀ ਫੁੱਲ ਪਾਉਂਦੇ ਆ, ਕੋਈ ਚੜ੍ਹਾਈ ਕਰ ਜੇ ਤੇ ਉਹਦੀਆਂ ਅਸਥੀਆਂ ਉੱਥੇ ਜਾ ਕੇ ਜਲ ਪ੍ਰਵਾਹ ਕਰਦੇ ਆ। ਪਰ ਹਿਸਟੋਰੀਕਲੀ ਜੇ ਅਸੀਂ ਕੀਰਤਪੁਰ ਸਾਹਿਬ ਦੀ ਮਹਾਨਤਾ ਦੇਖੀਏ ਤਾਂ ਇਹ ਨਹੀਂ ਸੀ, ਉਹ ਸਿੱਖ ਧਰਮ ਦਾ ਧਰਮ ਪ੍ਰਚਾਰ ਕੇਂਦਰ ਸੀ। ਤੇ ਕੀਰਤਪੁਰ ਦੇ ਵਿੱਚ ਗੁਰੂ ਹਰਰਾਏ ਸਾਹਿਬ ਦੇ ਸਮੇਂ ਇੱਕ ਬੜਾ ਵੱਡਾ ਦਵਾਖਾਨਾ ਚੱਲਦਾ ਸੀ। ਜਦੋਂ ਸ਼ਾਹਜਹਾਨ ਦਾ ਬੇਟਾ ਦਾਰਾ ਸ਼ਿਕੋ ਬਿਮਾਰ ਹੋਇਆ, ਉਹ ਵੱਡੇ ਵੱਡੇ ਵੈਦ ਜਵਾਬ ਦੇ ਗਏ, ਉਹ ਠੀਕ ਨਹੀਂ ਸੀ ਹੋ ਰਿਹਾ। ਤੇ ਫਿਰ ਕਿਸੇ ਨੇ ਦੱਸ ਪਾਈ ਬਈ ਕੀਰਤਪੁਰ ਦੇ ਵਿੱਚ ਇੱਕ ਦਵਾਖਾਨਾ ਚੱਲਦਾ ਆਯੁਰਵੇਦ ਦਾ, ਵੀ ਤੁਸੀਂ ਉੱਥੋਂ ਗੁਰੂ ਹਰਰਾਏ ਸਾਹਿਬ ਨਾਲ ਸੰਪਰਕ ਕਰੋ, ਸ਼ਾਇਦ ਉੱਥੋਂ ਕੋਈ ਦਵਾਈ ਬੂਟੀ ਕੋਈ ਪਤਾ ਚੱਲ ਜਾਏ। ਕੀਰਤਪੁਰ ਵਿੱਚ ਏਡੇ ਉੱਚ ਕੋਟੀ ਦੇ ਵੈਦ ਗੁਰੂ ਹਰਰਾਏ ਸਾਹਿਬ ਨੇ ਰੱਖੇ ਸੀ ਵੀ ਉੱਥੋਂ ਦਿੱਤੀ ਦਵਾਈ ਦੇ ਨਾਲ ਸ਼ਾਹਜਹਾਂ ਬਾਦਸ਼ਾਹ ਦਾ ਬੇਟਾ ਠੀਕ ਹੋਇਆ ਸੀ। ਤੇ ਉਸ ਵੇਲੇ ਜੇ ਉਹ ਹਸਪਤਾਲ ਜਾਂ ਉਹ ਦਵਾਖਾਨਾ ਏਡਾ ਉੱਚ ਪਾਇਦਾ ਸੀ, ਜੇ ਉਹਨੂੰ ਉਸ ਵੇਲੇ ਤੋਂ ਸਾਡੀ ਕੌਮ ਅਪਡੇਟ ਕਰ ਰਹੀ ਹੁੰਦੀ ਤਾਂ ਅੱਜ ਨੂੰ ਉਹ ਦੁਨੀਆ ਦਾ ਇੱਕ ਉੱਚ ਪਾਇਦਾ ਹਸਪਤਾਲ ਹੋਣਾ ਸੀ। ਪਰ ਨਹੀਂ ਪਤਾ ਸਾਡੀ ਕੌਮ ਨੂੰ, ਹੁਣ ਤਾਂ ਸਾਡੀ ਕੌਮ ਕੋਲ ਉਹ ਵੀ ਹੈ ਨਹੀਂ, ਇਹ ਵੀ ਨਹੀਂ। ਮੈਂ ਦਾਅਵੇ ਨਾਲ ਕਹਿ ਸਕਦਾ 100 ਚੋਂ 80 ਨੂੰ ਇਹ ਨਹੀਂ ਪਤਾ ਹੋਣਾ ਵੀ ਕੀਰਤਪੁਰ ਸਾਹਿਬ ਦੇ ਵਿੱਚ ਉਹ ਦਵਾਖਾਨਾ ਕਿੱਥੇ ਚੱਲਦਾ ਹੁੰਦਾ ਸੀ। ਇਤਿਹਾਸ ਤੋਂ ਅਸੀਂ ਟੁੱਟ ਗਏ। ਜਾਣੀ ਜਿਹੜੇ ਪਰਉਪਕਾਰ ਦੇ ਕੰਮ ਸਾਡੇ ਗੁਰੂ ਪਾਤਸ਼ਾਹ ਕਰਦੇ ਸੀ, ਅੱਜ ਸਾਡੀ ਕੌਮ ਉਹਨਾਂ ਨੂੰ ਛੱਡ ਗਈ। ਜਿਹੜੇ ਸਾਡੀ ਕੌਮ ਦੇ ਜ਼ਿੰਮੇਵਾਰ ਲੋਕ ਬਣੇ ਉਹ ਛੱਡ ਗਏ। ਮੈਂ ਕਈ ਵਾਰੀ ਇੱਥੇ ਕਥਾ 'ਚ ਬੋਲਿਆ ਵੀ ਸਾਡੀ ਕੌਮ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ, ਉੱਚ ਕੋਟੀ ਦੇ ਅਰਥ ਸ਼ਾਸਤਰੀ ਨੇ, ਜਿਨ੍ਹਾਂ ਦੀ ਮਤਲਬ ਸਟੱਡੀ ਨੂੰ ਦੁਨੀਆ ਸਲਾਮਾ ਕਰਦੀ ਹੈ। ਤੇ ਸਾਡੀ ਕੌਮ ਦੇ ਵਿੱਚ ਇੱਕ ਦਸਵੰਧ ਦੀ ਰੀਤ ਹੈ, ਇੱਕ ਸਿੱਖ ਨੇ ਦਸਵੰਧ ਦੇਣਾ। ਮੈਂ ਕਹਿੰਦਾ ਹੁੰਦਾ ਕਿਉਂ ਨਹੀਂ ਡਾਕਟਰ ਮਨਮੋਹਨ ਸਿੰਘ ਤੋਂ ਰਾਏ ਲੈ ਕੇ ਇੱਕ ਦਸਵੰਧ ਨੀਤੀ ਤਿਆਰ ਕਰਵਾਈ ਜਾਂਦੀ, ਇੱਕ ਸਿੱਖ ਬੈਂਕ ਸਥਾਪਿਤ ਕੀਤੀ ਜਾਂਦੀ ਵੀ ਹਰ ਇੱਕ ਸਿੱਖ ਉਹਦੇ ਚ 2 ਰੁਪਏ 10 ਰੁਪਏ ਪਾਵੇ ਤੇ ਉਹ ਡਾਕਟਰ ਮਨਮੋਹਨ ਸਿੰਘ ਇੱਕ ਖਾਕਾ ਤਿਆਰ ਕਰਕੇ ਦੇਣ, ਇਹਨੂੰ ਸੰਭਾਲਣਾ ਕਿਵੇਂ ਹੈ ਤੇ ਇਹਨੂੰ ਵਰਤਣਾ ਕਿਵੇਂ, ਬਿਨਾਂ ਵਿਆਜ ਤੋਂ ਪੜ੍ਹਨ ਵਾਸਤੇ ਲੋਕ ਬੱਚਿਆਂ ਨੂੰ ਲੋਨ ਦਿੱਤਾ ਜਾਵੇ ਕਿ ਜਦੋਂ ਤੁਸੀਂ ਨੌਕਰੀ ਲੱਗ ਗਏ ਤੁਸੀਂ ਇਹ ਮੋੜ ਦੇਣਾ, ਜਿੰਨੀ ਕਿਸ਼ਤ ਕਰਕੇ ਮੋੜ ਸਕਦੇ ਹੋ ਮੋੜ ਦੇਣਾ।
ਅੱਜ ਹੁਣ ਇੱਕ ਬੱਚੇ ਨੇ ਇੱਥੇ ਪੜ੍ਹ ਲਿਖ ਕੇ ਵਿਦੇਸ਼ ਜਾਣਾ ਹੋਏ ਜੀ, ਕਿਸੇ ਨੂੰ ਜ਼ਮੀਨ ਵੇਚ ਕੇ ਜਾਣਾ ਪੈਂਦਾ, ਕਿਸੇ ਨੂੰ ਕਰਜ਼ਾ ਲੈ ਕੇ ਜਾਣਾ ਪੈਂਦਾ ਹਨਾ। ਮਾਪੇ ਤਾਂ ਉਹ ਕਰਜ਼ਾ ਉਤਾਰਦੇ ਹੀ ਪਿਸ ਜਾਂਦੇ ਆ, ਖਤਮ ਹੋ ਜਾਂਦੇ ਆ, ਬੱਚਾ ਜਾ ਕੇ ਭੇਜ ਨਹੀਂ ਸਕਦਾ। ਵਿਦੇਸ਼ਾਂ ਦੀ ਸਥਿਤੀ ਅਸੀਂ ਜਾਣਦੇ ਹਾਂ ਕਿਵੇਂ ਦੀ ਹੈ, ਕੰਮਕਾਰ ਉੱਥੇ ਕਿੰਨੇ ਟਫ ਨੇ, ਕਿੰਨੇ ਡਿਫਿਕਲਟ ਨੇ, ਕਿਵੇਂ ਕਮਾਈ ਕਰਨੀ ਪੈਂਦੀ ਹੈ। ਤਾਂ ਉਹ ਜੇ ਸਾਡੇ ਕੋਲ ਇਦਾਂ ਦਾ ਸਾਧਨ ਹੋਵੇ ਕੋਈ, ਅਸੀਂ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਕਰ ਸਕਦੇ ਹੋਈਏ, ਤਾਂ ਸਾਡੇ ਬੱਚੇ ਸਿੱਖੀ ਨਾਲੋਂ ਕਿਉਂ ਟੁੱਟਣਗੇ? ਜਮਾਂ ਹੀ ਨਹੀਂ ਟੁੱਟਦੇ ਹਨਾ। ਉਹਨਾਂ ਬੱਚਿਆਂ ਦੇ ਅਖੀਰਲੇ ਸਾਹਾਂ ਤੱਕ ਇਹ ਗੱਲ ਧਿਆਨ 'ਚ ਰਹੂ ਵੀ ਸਾਨੂੰ, ਅਸੀਂ ਜੇ ਪੈਰਾਂ ਸਿਰ ਹੋਏ ਆ, ਸਾਡੇ ਜੇ ਕਾਰੋਬਾਰ ਸਥਾਪਿਤ ਹੋਏ ਨੇ, ਤਾਂ ਜੇ ਸਿੱਖ ਬੈਂਕ ਨੇ ਸਾਡੀ ਸਹਾਇਤਾ ਕੀਤੀ ਤਾਂ ਹੋਏ ਹੈ ਹਨਾ। ਉਹ ਮਤਲਬ ਇਹੋ ਜਿਹੇ ਜਿਹੜੇ ਕਾਰਜ ਕਰਨ ਵਾਲੇ ਨੇ ਸਮਾਜ ਸੇਵਾ ਪਰਉਪਕਾਰ ਦੇ, ਉਹ ਕਾਰਜ ਸੰਸਥਾਗਤ ਰੂਪ ਦੇ ਵਿੱਚ ਕੌਮੀ ਪੱਖ ਤੋਂ ਕਰਨ ਵਾਲੇ ਨੇ। ਪਰ ਦੁਖਾਂਤ ਇਹ ਹੈ ਵੀ ਸਾਡੀ ਕੌਮ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ। ਇੱਕ ਚੱਜ ਦਾ ਹਸਪਤਾਲ ਨਹੀਂ ਬਣਾ ਸਕੀ ਸਾਡੀ ਕੌਮ, ਜੇ ਬਣਿਆ ਵਾ ਗੁਰੂ ਰਾਮਦਾਸ ਹਸਪਤਾਲ, ਤਾਂ ਉਹਦੇ ਬਾਰੇ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਤੌਬਾ ਕਰਨ ਵਾਲੀਆਂ ਨੇ ਹਨਾ। ਤੇ ਇੱਕ ਕੋਈ ਚੱਜ ਦੀ ਐਜੂਕੇਸ਼ਨ ਦਾ ਅਦਾਰਾ ਨਹੀਂ ਸਾਡੀ ਕੌਮ ਖੜੀ ਕਰ ਸਕੀ ਵੀ ਕੋਈ ਸਿੱਖ ਯੂਨੀਵਰਸਿਟੀ ਹੋਵੇ ਜਿੱਥੇ ਅਸੀਂ ਤਕੜੇ ਤੋਂ ਤਕੜੇ ਵਿਦਵਾਨ ਪੈਦਾ ਕਰ ਸਕੇ ਹੋਈਏ, ਹਾਲੇ ਤੱਕ ਉਹ ਨਹੀਂ ਸਾਡੇ ਤੋਂ ਹੋ ਪਾਇਆ। ਤਾਂ ਜਿਹੜੇ ਕਰਨ ਵਾਲੇ ਕਾਰਜ ਸੀ ਉਹ ਕੀਤੇ ਨੇ, ਤੇ ਜਿਸ ਪਾਸੇ ਤੁਰੇ ਉਹਨਾਂ ਦਾ ਫਾਇਦਾ ਕੋਈ ਨਹੀਂ ਸੀ। ਇਸ ਲਈ ਇਹ ਜਿਹੜੇ ਡੇਰਾਵਾਦੀ ਲੋਕ ਸੀ ਉਹਨਾਂ ਨੇ ਇਹ ਚੀਜ਼ ਨੂੰ ਕੈਚ ਕੀਤਾ, ਕਿਉਂਕਿ ਇਸ ਪਾਸੇ ਖੇਤਰ ਖਾਲੀ ਪਿਆ ਸੀ। ਉਹਨਾਂ ਨੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਣੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਗਰੀਬ ਲੋਕਾਂ ਦੇ ਕੈਂਪ ਲਾ ਕੇ ਇਲਾਜ ਕਰਾਉਣੇ, ਅੱਖਾਂ ਦਾ ਕੈਂਪ ਲਾ ਦਿੱਤਾ ਵੀ ਜੀ ਆਪਰੇਸ਼ਨ ਫ੍ਰੀ ਕਰਾਂਗੇ। ਜਿਨ੍ਹਾਂ ਦੇ ਕੋਈ ਬੱਚੇ ਅਪੰਗ ਸੀ ਉਹਨਾਂ ਦਾ ਕੈਂਪ ਲਾ ਦਿੱਤਾ ਵੀ ਅਸੀਂ ਆਪਰੇਸ਼ਨ ਫ੍ਰੀ ਕਰਾਂਗੇ। ਉਹਨਾਂ ਨੇ ਹਸਪਤਾਲ ਬਣਾ ਤੇ, ਉਹਨਾਂ ਨੇ ਕਾਲਜ ਬਣਾ ਕੇ ਫ੍ਰੀ ਐਜੂਕੇਸ਼ਨ ਦੇਣੀ ਸ਼ੁਰੂ ਕਰ ਦਿੱਤੀ। ਤਾਂ ਜਿਹੜੇ ਗਰੀਬ ਤਬਕਾ, ਕਿਉਂਕਿ ਵੱਡਾ ਤਬਕਾ ਸਾਡੇ ਸਮਾਜ ਦਾ ਉਹ ਗਰੀਬ ਆ ਹੈ ਨਾ ਜੀ, ਜਿਹਨੂੰ ਅਸੀਂ ਦਲਿਤ ਵਰਗ ਵੀ ਕਹਿ ਸਕਦੇ ਹਾਂ, ਜਾਂ ਕਮਾਈ ਕਰਕੇ ਖਾਣ ਵਾਲੇ, ਘੱਟ ਇਨਕਮ ਵਾਲੇ ਵੀ ਕਹਿ ਸਕਦੇ ਹਾਂ। ਤਾਂ ਉਹਨਾਂ ਨੂੰ ਜਿੱਥੋਂ ਫਿਰ ਫਾਇਦਾ ਹੋਇਆ ਉਹ ਉਧਰ ਜਾਣੇ ਸ਼ੁਰੂ ਹੋ ਗਏ। ਇਹ ਕਾਰਨ ਬਣਿਆ ਵੀ ਜਿਹੜਾ ਡੇਰਾਵਾਦ ਆ, ਉਹ ਡੇਰਾਵਾਦ ਪੰਜਾਬ ਦੇ ਵਿੱਚ ਪਣਪਣਾ ਸ਼ੁਰੂ ਹੋ ਗਿਆ। ਤੇ ਸਾਡੇ ਸਿੱਖ ਧਰਮ ਦੇ ਜਿਹੜੇ ਨਿਆਰੇ ਸਿਧਾਂਤ ਸੀ ਉਸ ਡੇਰਾਵਾਦ ਦੇ ਹਨੇਰੇ ਦੇ ਸਾਹਮਣੇ ਕਹਿ ਲਓ ਛੁਪ ਗਏ, ਜਾਂ ਜਿਵੇਂ ਵੀ ਕਹਿ ਲਓ, ਉਹ ਛੋਟੇ ਪੈ ਗਏ ਨੇ। ਹਾਲਾਂਕਿ ਸਾਡਾ ਜਿਹੜਾ ਹੈਗਾ ਸੀ ਵਿਰਸਾ, ਇਹ ਬੜਾ ਅਮੀਰ ਤੇ ਬੜਾ ਮਹਾਨ ਸੀ। ਜੇ ਕਿਤੇ ਮਹਾਨ ਲੋਕਾਂ ਦੇ ਹੱਥ ਵਿੱਚ ਹੁੰਦਾ ਤਾਂ ਅੱਜ ਨੂੰ ਅਸੀਂ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਜਿਸ ਰੂਪ 'ਚ ਪ੍ਰਗਟ ਕਰਦੇ, ਉਹ ਇੱਕ ਬੜਾ ਨਿਆਰਾ ਤੇ ਬੜਾ ਚੰਗਾ ਹੋਣਾ ਸੀ। ਪਰ ਫਿਰ ਵੀ ਸ਼ੁਕਰ ਕਰਦੇ ਉਹਨਾਂ ਗੁਰਸਿੱਖਾਂ ਦਾ ਜਿਹੜੇ ਨਿੱਜੀ ਰੂਪ ਦੇ ਵਿੱਚ ਕਾਰਜ ਕਰ ਰਹੇ ਨੇ, ਕਈ ਸੰਸਥਾਵਾਂ ਚਲਾ ਕੇ ਉਹ ਕਰ ਰਹੇ ਨੇ। ਚਲੋ ਉਹਨਾਂ ਦਾ ਜਿੰਨਾ ਹੈਗਾ ਉਹ ਕਰੀ ਜਾ ਰਹੇ ਨੇ, ਸੰਸਥਾਗਤ ਰੂਪ 'ਚ ਕਰਨ ਦੀ ਲੋੜ ਹੈਗੀ ਆ ਜੀ। ਇਹ ਮੈਂ ਕਾਰਨ ਮੰਨਦਾ ਡੇਰਾਵਾਦੀ ਵਧਣ ਦਾ। ਠੀਕ ਹੈ। ਤੇ ਗੱਲ ਕਰਦੇ ਆ ਆਪਾਂ ਸ਼ਰਧਾ ਦੀ ਤੇ ਐਜੂਕੇਸ਼ਨ ਦੀ। ਆਪਾਂ ਕਹਿ ਲਈਏ ਕਿ ਹੁਣ ਅੱਜ ਕੱਲ੍ਹ ਅਸੀਂ ਇੰਨੇ ਪੜ੍ਹ ਲਿਖ ਗਏ ਆ, ਤੁਹਾਨੂੰ ਵੀ ਪਤਾ ਆ ਕਿ ਵੱਡੇ ਵੱਡੇ ਕਾਲਜ, ਯੂਨੀਵਰਸਿਟੀਆਂ, ਵਿਦੇਸ਼ਾਂ ਵਿੱਚ ਵੀ ਪੜ੍ਹ ਕੇ ਆਉਂਦੇ ਆ। ਤੇ ਪਿਛਲੇ ਜ਼ਮਾਨੇ ਦੇ ਵਿੱਚ ਸਾਡੇ ਮਾਂ-ਬਾਪ, ਬਜ਼ੁਰਗ ਜਿਹੜੇ ਸਾਡੇ ਸੀਗੇ ਉਹ ਅਨਪੜ੍ਹ ਸੀਗੇ, ਤੇ ਉਹਨਾਂ ਵਿੱਚ ਸ਼ਰਧਾ ਜਿਹੜੀ ਗੁਰੂ ਦੇ ਪ੍ਰਤੀ, ਸਿੱਖ ਧਰਮ ਦੇ ਪ੍ਰਤੀ, ਜਿੱਦਾਂ ਕਹਿ ਲਈਏ ਕਿ ਬਹੁਤ ਹੀ ਉੱਚੀ ਸੀਗੀ। ਤੇ ਕੀ ਕਾਰਨ ਹੈਗਾ ਕਿ ਅਸੀਂ ਪੜ੍ਹ ਲਿਖ ਕੇ ਵੀ ਆਪਣੇ ਆਪ ਨੂੰ ਉਸ ਜਿੱਦਾਂ ਅਨਪੜ੍ਹਤਾ ਦੇ ਲੈਵਲ ਤੇ ਲਿਜਾ ਕੇ, ਤੇ ਜਿੱਥੇ ਅਸੀਂ ਅੱਜ ਖੜੇ ਹਾਂ, ਆਪਣੇ ਸਿੱਖ ਪੰਥ ਨੂੰ ਜਿੱਥੇ ਲਿਆ ਕੇ ਅਸੀਂ ਆਪਣੀ ਇਸ ਜਿੱਦਾਂ ਕਹਿ ਲਈਏ ਪੜ੍ਹਾਈ, ਐਜੂਕੇਸ਼ਨ ਨੂੰ ਕਹਿ ਦਿੰਦੇ ਕਿ ਸਾਨੂੰ ਹਰ ਚੀਜ਼ ਦਾ ਪਤਾ ਆ। ਤੇ ਤੁਹਾਨੂੰ ਕੀ ਲੱਗਦਾ ਆ ਕਿ ਜਦੋਂ ਸਾਡੇ ਮਾਂ-ਬਾਪ, ਸਾਡੇ ਬਜ਼ੁਰਗ ਜਿਹੜੇ ਅਨਪੜ੍ਹ ਸੀ, ਤੇ ਅੱਜ ਦੀ ਜਿਹੜੇ ਪੀੜ੍ਹੀ ਹੈਗੀ ਆ ਪੜ੍ਹ ਲਿਖ ਕੇ, ਤੇ ਫਿਰ ਵੀ ਉਸ, ਮੈਂ ਤਾਂ ਕਹਿੰਦੀ ਇਹੀ ਸੋਚਦੀ ਹੁੰਦੀ ਕਿ ਪਿੱਛੇ ਮੈਂ ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਵੀ ਪੜ੍ਹ ਲਿਖ ਕੇ ਅਸੀਂ ਆਪਣੇ ਆਪ ਨੂੰ ਇੰਨਾ, ਜਿੱਦਾਂ ਕਹਿੰਦੇ ਹੁੰਦੇ ਆ, ਗੁਰੂ ਤੋਂ ਕਿਉਂ ਤੋੜ ਲਿਆ ਆ। ਉਹਦਾ ਮਤਲਬ ਉਹੀ ਕਾਰਨ ਆ ਗਿਆ ਨਾ ਜੀ। ਇੱਕ ਤਾਂ ਮਤਲਬ ਉਹ ਵੰਡੀ ਆ ਗਈ, ਤੇ ਦੂਸਰਾ ਆ ਗਿਆ ਲੈਕ ਆਫ ਐਜੂਕੇਸ਼ਨ। ਮਤਲਬ ਉਹ ਨਹੀਂ ਜਿਹੜੀ ਸਕੂਲਿੰਗ ਆ, ਉਹ ਜਿਹੜੀ ਧਾਰਮਿਕ ਆ, ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਸਿੱਖਿਆ ਆ, ਉਹਦੀ ਘਾਟ ਆ ਗਈ। ਅਸੀਂ ਮਤਲਬ ਵੱਖ-ਵੱਖ ਥਾਵਾਂ ਤੇ ਵੰਡੇ ਗਏ ਆ, ਤੇ ਜਿਹੜੀਆਂ ਵੱਖ-ਵੱਖ ਥਾਵਾਂ ਨੇ ਉਹਨਾਂ ਦੀ ਆਪੋ ਆਪਣੀ ਮਰਿਆਦਾ ਆ। ਸਾਨੂੰ ਜੋ ਗੁਰੂ ਸਾਹਿਬ ਦੇ ਵੱਲੋਂ ਦਿੱਤਾ ਗਿਆ ਸੀ ਆਦੇਸ਼, ਉਹ ਸੀ ਇੱਕ ਗ੍ਰੰਥ ਤੇ ਇੱਕ ਪੰਥ ਦਾ। ਹੁਣ ਸਾਡੇ ਵਿੱਚ ਉਹ ਨਹੀਂ ਰਿਹਾ। ਪੰਥ ਦੇ ਹਿੱਸੇ ਵੀ ਕਈ ਹੋ ਗਏ, ਤੇ ਗ੍ਰੰਥ ਵੀ ਵੱਖੋ ਵੱਖਰੇ ਬਣ ਗਏ, ਜਿਨ੍ਹਾਂ ਦੀ ਪੂਜਾ ਮਾਨਤਾ ਸ਼ੁਰੂ ਹੋ ਗਈ। ਇਹ ਕਾਰਨ ਬਣ ਗਿਆ ਇੱਕ। ਇਹਨੂੰ ਮੈਂ ਇੱਦਾਂ ਸਮਝਦਾ ਵੀ ਇੱਕ ਸਕੂਲ ਆ, ਸਕੂਲ ਦੀਆਂ ਵੱਖੋ ਵੱਖਰੀਆਂ ਕਲਾਸਾਂ ਨੇ, ਤੇ ਜੇ ਇੱਕ 3rd ਗ੍ਰੇਡ ਵਾਲੇ, 3ਜੀ ਕਲਾਸ ਵਾਲੇ ਬੱਚੇ ਇਹ ਕਹਿਣ ਵੀ ਸਾਡੇ ਲਈ ਸਕੂਲ ਦੇ ਵਿੱਚ ਡਰੈਸ ਕੋਡ ਵੱਖਰਾ ਹੋਵੇ, ਸਾਡੇ ਲਈ ਸੰਵਿਧਾਨ ਵੱਖਰਾ ਹੋਵੇ, ਸਾਡੇ ਲਈ ਜਿਹੜੀਆਂ ਪਾਬੰਦੀਆਂ ਉਹ ਵੱਖਰੀਆਂ ਹੋਣ, ਤੇ ਇੱਕ +2 ਵਾਲਾ ਉਹ ਕਲਾਸ ਵਾਲੇ ਬੱਚੇ ਕਹਿਣ ਸਾਡੇ ਲਈ ਸਭ ਕੁਝ ਵੱਖਰਾ ਹੋਵੇ, ਇਦਾਂ ਨਹੀਂ ਹੁੰਦਾ। ਉਹ ਨਰਸਰੀ ਤੋਂ ਲੈ ਕੇ ਪਲੇਵੇ ਤੋਂ ਲੈ ਕੇ ਜਿੱਥੇ ਤੱਕ ਸਕੂਲ ਜਾਂਦਾ, ਇੱਕੋ ਹੀ ਡਰੈਸ ਕੋਡ ਸਾਰੇ ਬੱਚਿਆਂ ਦਾ, ਇੱਕੋ ਹੀ ਵਿਧਾਨ ਸਾਰਿਆਂ ਦਾ। ਜੇ ਕੋਈ ਸ਼ਰਾਰਤ ਕਰਦਾ ਤਾਂ ਪਨਿਸ਼ਮੈਂਟ ਇੱਕੋ ਹੀ ਸਾਰਿਆਂ ਲਈ, ਹੈ ਨਾ।
ਇੱਕ ਵਿਧਾਨ ਦੇ ਅਧੀਨ ਰਹਿ ਕਰਕੇ ਉਹ ਸੰਸਥਾ ਵਧੀਆ ਚੱਲ ਜਾਂਦੀ ਹੈ। ਸਾਡੇ ਧਰਮ ਦੇ ਵਿੱਚ ਹੋਇਆ ਇਹ ਬਈ ਵਿਧਾਨ ਵੱਖੋ ਵੱਖਰੇ ਹੋ ਗਏ, ਮਰਿਆਦਾਵਾਂ ਵੱਖੋ ਵੱਖਰੀਆਂ ਹੋ ਗਈਆਂ। ਜਿਹੜਾ ਇੱਕ ਵਿਧਾਨ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਪੰਥਕ ਮਰਿਆਦਾ ਦਾ, ਉਹ ਵਿਧਾਨ ਜਾਂਦਾ ਰਿਹਾ। ਉਹ ਮਤਲਬ ਇੱਥੇ ਗੁਰਦੁਆਰਾ ਬਣਿਆ ਜੀ, ਸਾਡਾ ਵਿਧਾਨ ਆ। ਉੱਥੇ ਬਣਿਆ ਜੀ, ਸਾਡੀ ਮਰਿਆਦਾ ਜੀ। ਸਾਡੇ ਪਹਿਲਾਂ ਤੋਂ ਐਂ ਚੱਲਦੀ ਆ ਰਹੀ, ਸਾਡੇ ਐਂ ਚੱਲਦੀ ਆ ਰਹੀ, ਹਨਾ। ਤੇ ਇਹ ਚੀਜ਼ਾਂ ਨੇ ਹੁਣ ਕਈ ਲੋਕ ਤਾਂ ਨਾ, ਮੈਂ ਦੇਸ਼ ਵਿਦੇਸ਼ ਜਦੋਂ ਅਸੀਂ ਜਾਂਦੇ ਹਾਂ, ਜਾ ਕੇ ਗੱਲ ਕਰਦੇ ਹਾਂ ਅਸੀਂ ਬਈ ਅਸੀਂ ਮਸਤੂਆਣਾ ਸਾਹਿਬ ਤੋਂ ਆਏ ਹਾਂ, ਕਈ ਲੋਕ ਤਾਂ ਮਸਤੂਆਣਾ ਸਾਹਿਬ ਨੂੰ ਡੇਰਾ ਸਮਝਦੇ ਆ, ਠੀਕ ਆ, ਹਨਾ। ਵਿਦੇਸ਼ਾਂ ਦੇ ਵਿੱਚ ਵੀ ਉਹ ਡੇਰਾ ਹੋਣਾ ਤੇ ਉਹੀ ਬਾਬਿਆਂ ਵਾਲਾ ਹਿਸਾਬ ਕਿਤਾਬ ਉਵੇਂ ਚੱਲਦਾ ਹੋਣਾ। ਹਾਲਾਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ 1920 ਦੇ ਵਿੱਚ, ਤਾਂ ਉਦੋਂ ਬਾਬਾ ਤੇਜਾ ਸਿੰਘ ਜੀ, ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ, ਠੀਕ, ਉਹਨਾਂ ਨੂੰ 5 ਪਿਆਰਿਆਂ ਦੇ ਵਿੱਚ ਸ਼ਾਮਲ ਕੀਤਾ ਗਿਆ। ਉਹਨਾਂ 5 ਪਿਆਰਿਆਂ ਦੇ ਵਿੱਚ ਜਿਨ੍ਹਾਂ ਨੇ 175 ਮੈਂਬਰੀ ਕਮੇਟੀ ਨੂੰ ਚੁਣਨਾ ਸੀ, ਜਿਹਨੇ ਅੱਗੇ ਪ੍ਰਬੰਧ ਦੇਖਣਾ ਸੀ, ਤੇ ਉਹਦੇ 'ਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਉਹਨਾਂ ਨੇ ਸ਼ਮੂਲੀਅਤ ਕੀਤੀ। ਤੇ ਬਾਬਾ ਤੇਜਾ ਸਿੰਘ ਦੇ ਜੀਵਨ ਦੀ ਇੱਕ ਗੱਲ ਆ, ਉਹਨਾਂ ਨੂੰ ਕਹਿੰਦੇ ਕਿਸੇ ਨੇ ਆਖਿਆ ਵੀ ਹੁਣ ਜਿਹੜੇ ਲੜੀਆਂ ਚੱਲ ਪਈਆਂ ਨਾ ਅਖੰਡ ਪਾਠਾਂ ਦੀ, ਵੀ 100 ਪਾਠ ਦਾ ਇਕੱਠਾ ਸ਼ੁਰੂ ਕਰ ਲਿਆ। ਕਹਿੰਦੇ ਵੀ ਬਾਬਾ ਜੀ ਵੀ ਇਹ ਪਾਠ ਆਪਾਂ ਕਰੀਏ? ਉਹ ਕਹਿੰਦੇ ਨਹੀਂ ਭਾਈ, ਆਪਾਂ ਨਹੀਂ ਤਾਂ ਕਰਦੇ, ਆਪਾਂ ਇੱਦਾਂ ਗੁਰੂ ਗ੍ਰੰਥ ਸਾਹਿਬ ਇੱਦਾਂ ਨਹੀਂ ਵੀ ਇਕੱਠੇ ਇੱਕ ਪਾਠ ਕਰਾਂਗੇ। ਜਿੰਨੇ ਤੁਸੀਂ ਪਰਿਵਾਰ ਹੋ, 4 ਹੋ, 5 ਹੋ, 20 ਹੋ, 50 ਹੋ, ਤੁਸੀਂ ਆਓ, ਤੁਸੀਂ ਦੱਸੋ ਤੁਹਾਡੇ ਵਿੱਚੋਂ ਪਾਠ ਕੌਣ ਕਰ ਸਕਦਾ। ਤੁਸੀਂ ਪਾਠ ਕਰੋ ਬੈਠ ਕੇ, ਬਾਕੀ ਸੁਣਨਾ। ਇੱਕੋ ਹੀ ਪਾਠ ਹੋਊਗਾ, ਸਾਰੇ ਜਾਣੇ ਬੈਠ ਕੇ ਸੁਣਨ, ਰਲ ਮਿਲ ਕੇ ਤੁਸੀਂ ਪਾਠ ਕਰੋ। ਤਾਂ ਉਹ ਰੀਤ ਉਹਨਾਂ ਵੱਲੋਂ ਪਾਈ ਗਈ ਸੀ, ਪਰ ਕਿਸੇ ਨਾ ਕਿਸੇ ਥਾਂ ਤੇ ਉਹ ਰੀਤ ਪਿੱਛੇ ਰਹਿ ਗਈ। ਮਤਲਬ ਬਾਬਾ ਅਤਰ ਸਿੰਘ ਜੀ ਨੇ ਨਾ ਇੱਕ ਅਮੀਰ ਘਰ ਦੇ ਵਿੱਚ ਉਹਨਾਂ ਨੇ ਆ ਕੇ ਆਖਿਆ ਵੀ ਸਾਡੇ ਘਰੇ ਪਾਠ ਕਰੋ। ਇਹਨਾਂ ਨੇ ਰੋਕਿਆ ਵੀ ਨਹੀਂ, ਅਖੰਡ ਪਾਠ ਨੂੰ ਰਹਿਣ ਦਿਓ, ਤੁਸੀਂ ਪਾਠ ਕਰ ਲਓ, ਅਸੀਂ ਆ ਜਾਾਂਗੇ, ਕੀਰਤਨ ਕਰ ਦਿਆਂਗੇ। ਉਹ ਕਹਿੰਦੇ ਨੇ ਜੀ ਪਾਠ ਤੁਹਾਡੇ ਜਥੇ ਤੋਂ ਕਰਾਉਣਾ। ਚਲੋ ਅਖੰਡ ਪਾਠ ਹੋ ਗਿਆ ਜੀ। ਅਖੰਡ ਪਾਠ ਹੋਣ ਤੋਂ ਬਾਅਦ 'ਚ ਬਾਬਾ ਅਤਰ ਸਿੰਘ ਜੀ ਕਹਿੰਦੇ ਭਾਈ 5 ਪਾਠ ਹੋਰ ਕਰਾਂਗੇ। ਤੇ ਉਹ ਖੁਸ਼ ਜੇ ਹੋ ਗਏ ਵੀ ਪਹਿਲਾਂ ਤਾਂ ਇੱਕ ਪਾਠ ਵਾਸਤੇ ਨਹੀਂ ਸੀ ਮੰਨਦੇ, ਹੁਣ 5। ਤੇ ਜਦੋਂ 5 ਦੀ ਸਮਾਪਤੀ ਹੋਈ ਕਹਿੰਦੇ 25 ਹੋਰ ਕਰਨੇ ਆ। ਠੀਕ। ਉਹ ਕਹਿੰਦੇ ਜੀ ਕੀ ਗੱਲ? ਕਹਿੰਦੇ ਭਾਈ ਜਦੋਂ 25 ਦੀ ਸਮਾਪਤੀ ਹੋ ਗਈ 125 ਹੋਰ ਕਰਨੇ ਆ। ਉਹ ਹੈਰਾਨ ਹੋ ਗਏ, ਕਹਿੰਦੇ ਜੀ ਫਿਰ ਤਾਂ ਇਹ ਚੱਲੀ ਜਾਣਗੇ, ਮੁੱਕਣੇ ਨਹੀਂ। ਕਹਿੰਦੇ ਭਾਈ ਤੁਹਾਨੂੰ ਕਿਹਾ ਤਾਂ ਸੀ ਵੀ ਨਾ ਕਰੋ ਤੁਸੀਂ। ਕਹਿੰਦੇ ਫਿਰ ਤੁਸੀਂ ਕਰਦੇ ਕਿਉਂ ਹੋ ਜੀ? ਕਹਿੰਦੇ ਭਾਈ ਜਿਹੜਾ ਪਹਿਲਾ ਅਖੰਡ ਪਾਠ ਕੀਤਾ ਉਹਦੇ 'ਚ ਕਈ ਭੁੱਲਾਂ ਹੋ ਗਈਆਂ, ਤੇ ਉਹਦੀ ਅਰਦਾਸ ਕਰਨ ਵਾਸਤੇ 5 ਕਰਨੇ ਆ। ਤੇ ਕਹਿੰਦੇ ਜੀ ਫਿਰ 5 ਦੀਆਂ ਭੁੱਲਾਂ ਵਾਸਤੇ ਕਹਿੰਦੇ 25। ਤੇ ਉਹ ਪਰਿਵਾਰ ਕਹਿੰਦਾ ਜੀ ਸੌਖਾ ਰਾਹ ਦੱਸੋ। ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਸੌਖਾ ਰਾਹ ਇਹ ਆ, ਤੁਹਾਡੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਤੁਸੀਂ ਆਪ ਪਾਠ ਕਰੋ। ਤੁਸੀਂ ਮਹੀਨੇ 'ਚ ਭੋਗ ਪਾ ਲਓ, ਤੁਸੀਂ 2 ਮਹੀਨਿਆਂ 'ਚ ਪਾ ਲਓ, ਇਹ ਸਭ ਤੋਂ ਸੌਖਾ ਰਸਤਾ ਹੈ। ਕਹਿਣ ਤੋਂ ਭਾਵ ਇੱਕ ਪਰਿਵਾਰ ਨੂੰ ਨਿੱਜੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਜੋੜਨਾ। ਉਹ ਤਾਂ ਹੁੰਦਾ ਆ ਪੰਥਕ ਰਹੁ ਰੀਤੀ, ਹਨਾ। ਇੱਕ ਹੁੰਦਾ ਆ ਆਪੋ ਆਪਣੀ ਮਰਿਆਦਾ ਬਣਾ ਕੇ ਚੱਲ ਪੈਣਾ ਵੀ ਸਾਡਾ ਤਾਂ ਜੀ ਐਂ ਹੁੰਦਾ, ਸਾਡਾ ਤਾਂ ਜੀ ਐਂ ਚੱਲਦਾ। ਹੁਣ ਇੱਥੇ ਮਸਤੂਆਣਾ ਸਾਹਿਬ ਦੇ ਵਿੱਚ ਜਿੰਨੀ ਅਕਾਲ ਤਖਤ ਸਾਹਿਬ ਦੀ ਪੰਥਕ ਰਹਿਤ ਮਰਿਆਦਾ ਵਾ, ਉਹਨੂੰ ਗੁਰਸਾਗਰ ਸਾਹਿਬ ਦੇ ਵਿੱਚ ਇੱਥੇ ਆਪਾਂ ਬੈਠੇ ਹਾਂ, ਉਹਨੂੰ ਫੋਲੋ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਬਾਕਾਇਦਾ ਰਾਗੀ ਜਥੇ ਰਾਗਾਂ ਵਿੱਚ ਕਰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਹੁੰਦੀ ਆ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਕੀਤੀ ਜਾਂਦੀ ਆ। ਨਿਤਨੇਮ ਜੋ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦਾ ਬਾਕਾਇਦਾ ਉਵੇਂ ਨਿਭਾਇਆ ਜਾਂਦਾ ਆ। ਤੇ ਸ਼ਖਸੀ ਪੂਜਾ ਦੀ, ਤਸਵੀਰ ਪੂਜਾ ਦੀ ਇੱਥੇ ਮਨਾਹੀ ਕੀਤੀ ਹੋਈ ਆ, ਉਹ ਨਹੀਂ ਹੁੰਦੀ। ਤਾਂ ਇਹ ਗੱਲਾਂ ਆ ਜਿਹੜੀਆਂ ਸਾਨੂੰ ਪੰਥਕ ਏਕੇ ਦੇ ਸੂਤਰ 'ਚ ਪਰੋਂਦੀਆਂ ਨੇ, ਪਰ ਵੰਡੀਆਂ ਸਾਡੀਆਂ ਉਦੋਂ ਪੈ ਜਾਂਦੀਆਂ ਨੇ ਜਦੋਂ ਅਸੀਂ ਮਰਿਆਦਾਵਾਂ ਆਪੋ ਆਪਣੀ ਵੱਖੋ ਵੱਖਰੀਆਂ ਘੜ ਲੈਂਦੇ ਆ। ਹੁਣ ਸਾਡੇ ਪੰਥ 'ਚ ਇਹ ਘੜੀਆਂ ਜਾ ਚੁੱਕੀਆਂ ਨੇ, ਜਿਹਦੇ ਕਰਕੇ ਅੱਜ ਦਾ ਸਮਾਜ ਪੜ੍ਹਿਆ ਲਿਖਿਆ ਤਾਂ ਜ਼ਰੂਰ ਆ, ਪੜ੍ਹ ਤਾਂ ਬੜੇ ਗਏ, ਪਰ ਕਿਉਂਕਿ ਉਹ ਜੁੜ ਗਏ ਸੰਪਰਦਾਵਾਂ ਨਾਲ, ਇੱਕ ਫਲਾਣੇ ਨਾਲ, ਇੱਕ ਫਲਾਣੇ ਨਾਲ। ਪਹਿਲੇ ਬਜ਼ੁਰਗ ਇੱਦਾਂ ਨਹੀਂ ਸੀ ਹੁੰਦੇ, ਉਹ ਜੁੜੇ ਹੁੰਦੇ ਸਨ ਇੱਕ ਪਰਮੇਸ਼ਰ ਨਾਲ, ਇੱਕ ਰੱਬ ਨਾਲ ਜੁੜੇ। ਪੜ੍ਹੇ ਬੇਸ਼ੱਕ ਘੱਟ ਸਨ, ਪਰ ਫਿਰ ਵੀ ਉਹਨਾਂ ਦੇ ਵਿੱਚ ਸਾਂਝ ਤੇ ਪਰਉਪਕਾਰ ਦੀ ਭਾਵਨਾ ਇੱਕ ਹੁੰਦੀ ਸੀ। ਇਹ ਕਾਰਨ ਬਣਿਆ ਜੀ। ਹਾਂਜੀ। ਤੇ ਹੁਣ ਆਪਾਂ ਆਉਂਦੇ ਹਾਂ ਆਖਰੀ ਕੁਐਸਚਨ ਵੱਲ। ਤੇ ਆਖਰੀ ਕੁਐਸਚਨ ਆਪਣਾ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਅੱਜ ਕੱਲ੍ਹ ਜੋ ਚੱਲ ਰਿਹਾ ਅਕਾਲ ਤਖਤ ਸਾਹਿਬ ਤੇ ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਵੋ। ਦੇਖੋ ਜੀ, ਉਹਦੇ ਬਾਰੇ ਗੱਲ ਇਉਂ ਆ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਵੇਲੇ ਹੋਂਦ ਵਿੱਚ ਆਈ, ਉਹਦਾ ਮੁੱਖ ਕੰਮ ਸੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਗੁਰਦੁਆਰਿਆਂ ਵਿੱਚ ਸਿੱਖ ਰਹੁ ਰੀਤੀ ਨੂੰ ਲਾਗੂ ਕਰਨਾ। ਤੇ ਮੈਂ ਸਮਝਦਾ ਵਾਂ ਬਈ ਉਸ ਕੰਮ ਤੋਂ ਉਹ ਜੇ 100% ਨਾ ਕਹੀਏ ਤਾਂ 70 ਤੋਂ 80% ਪਛੜੀ ਹੋਈ ਆ। ਅੱਜ ਦੇ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਗੁਰਦੁਆਰੇ ਹੋਣਗੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ,
ਤੇ ਉਹਨਾਂ ਸਾਰੇ ਗੁਰਦੁਆਰਿਆਂ ਵਿੱਚ ਸਿੱਖ ਰਹੁ ਰੀਤੀ ਨੂੰ ਲਾਗੂ ਕਰਨ ਵਾਸਤੇ ਕਮੇਟੀ ਵੱਲੋਂ ਇੱਕ ਵੀ ਯਤਨ ਨਹੀਂ ਕੀਤਾ ਜਾਂਦਾ। ਕਿਸੇ ਵੀ ਡੇਰੇ ਨੂੰ, ਕਿਸੇ ਵੀ ਸੰਪਰਦਾ ਨੂੰ ਅੱਜ ਤੱਕ ਅਕਾਲ ਤਖਤ ਸਾਹਿਬ ਤੋਂ ਮੈਨੂੰ ਨਹੀਂ ਪਤਾ ਵੀ ਕੋਈ ਚਿੱਠੀ ਕੱਢੀ ਗਈ ਹੋਵੇ ਭਾਈ ਆਹ ਪੰਥਕ ਰਹੁ ਰੀਤੀ ਆ, ਇੱਥੇ ਤੁਸੀਂ ਇਹਨੂੰ ਲਾਗੂ ਕਰੋ। ਇਹ ਯਤਨ ਨਹੀਂ ਕੀਤਾ, ਕਿਉਂਕਿ ਪੰਥਕ ਏਕੇ ਵਿੱਚ ਪਰੋਣ ਦਾ ਕਾਰਨ ਉਹ ਲੋਕ ਜੋ ਲੋਕ ਕਰ ਸਕਦੇ ਆ, ਉਹਨਾਂ ਕੋਲ ਸਮਰੱਥਾ ਹੈਗੀ ਆ, ਉਹ ਸਥਾਪਿਤ ਹੋਏ ਲੋਕ ਨੇ ਤੇ ਉਹਨਾਂ ਨੂੰ ਆਗੂ ਮੰਨਿਆ ਜਾਂਦਾ, ਸਾਰਾ ਪੰਥ ਮੰਨਦਾ ਆ, ਤੇ ਉਹ ਇਹ ਆਰਡਰ ਕੱਢ ਸਕਦੇ ਨੇ ਵੀ ਸਾਰੀਆਂ ਥਾਵਾਂ ਤੇ ਇੱਕ ਮਰਿਆਦਾ ਹੋਵੇ। ਜੇ ਅਖੰਡ ਪਾਠ ਸਾਹਿਬ ਕਰਨੇ ਆ ਤਾਂ ਉਹਦੀ ਵੀ ਇੱਕ ਮਰਿਆਦਾ ਹੋਵੇ, ਜੇ ਸਹਿਜ ਪਾਠ ਕਰਨਾ ਉਹਦੀ ਵੀ ਇੱਕ ਮਰਿਆਦਾ ਹੋਵੇ, ਪਰ ਇਹਦਾ ਨਹੀਂ ਕੀਤਾ ਜਾਂਦਾ। ਜਿਹੋ ਜਿਹੀਆਂ ਵੱਖੋ ਵੱਖਰੀਆਂ ਚੱਲਦੀਆਂ ਨੇ ਉਵੇਂ ਚੱਲਣ ਦਿੱਤੀਆਂ ਜਾ ਰਹੀਆਂ ਨੇ। ਫਿਰ ਉੱਥੇ ਕਹਿ ਦਿੱਤਾ ਜਾਂਦਾ ਇਹ ਤਾਂ ਜੀ ਵੰਨ ਸੁਵੰਨਤਾ, ਇਹ ਤਾਂ ਜੀ ਅੰਗ ਨੇ ਸਾਡੇ ਕੌਮ ਦੇ, ਠੀਕ ਹੈ ਭਾਈ ਹੈਗੇ ਨੇ, ਰੱਖੋ ਉਹਨਾਂ ਨੂੰ, ਪਰ ਇੱਕ ਮਰਿਆਦਾ ਤਾਂ ਇੱਕ ਹੋਣੀ ਚਾਹੀਦੀ ਹੈ ਨਾ ਸਾਰੀਆਂ ਥਾਵਾਂ ਦੀ। ਤੇ ਉਹਦੇ ਉੱਪਰ ਹੁਣ ਪੋਲੀਟੀਕਲ ਪੱਖ ਤੋਂ ਜੀ ਜਿਹੜਾ ਪ੍ਰਭਾਵ ਆ ਉਹ ਵੱਧ ਗਿਆ ਵਾ। ਪਿੱਛੇ ਜਿਵੇਂ ਬਲਵੰਤ ਸਿੰਘ ਨੰਦਗੜ੍ਹ ਦੀ ਇੰਟਰਵਿਊ ਵੀ ਸੁਣੀ ਸੀ, ਗਿਆਨੀ ਗੁਰਮੁਖ ਸਿੰਘ ਦੀ ਇੰਟਰਵਿਊ ਵੀ ਸੁਣੀ, ਜਿਹੜੇ ਤਖਤਾਂ ਦੇ ਜਥੇਦਾਰ ਰਹੇ ਆ। ਉਹਨਾਂ ਦੇ ਦੱਸਣ ਦੀ ਗੱਲ ਆ, ਆਪਣੇ ਹੁਣ ਉਹਨਾਂ ਦੇ ਪਿੱਛੇ ਜੇ ਚਲਾਣਾ ਕਰ ਗਏ ਹਰਚਰਨ ਸਿੰਘ ਜੀ, ਜੋ SGPC ਦੇ ਸਾਬਕਾ ਮੁੱਖ ਸਕੱਤਰ ਸਨ, ਉਹਨਾਂ ਨੇ ਵੀ ਇਸ ਗੱਲ ਦਾ ਇਨਸਾਫ ਕੀਤਾ ਆ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪੋਲੀਟੀਕਲ ਦਖਲਅੰਦਾਜ਼ੀ ਬਹੁਤ ਵੱਧ ਗਈ। ਉਹਦਾ ਇੱਕ ਕਾਰਨ ਹੈ, ਉਹ ਕਾਰਨ ਮੈਂ ਕਰਕੇ ਆਪਣੇ ਸਵਾਲ ਨੂੰ ਜਵਾਬ ਨੂੰ ਸੰਕੋਚਾਂਗਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਉਦੋਂ ਇਸ ਦੇ ਜਿਹੜੇ ਮੈਂਬਰ ਸਨ ਉਹਨਾਂ ਨੂੰ ਨੋਮੀਨੇਟ ਕੀਤਾ ਜਾਂਦਾ ਸੀ, ਜਿਹਦੇ ਅੰਦਰ ਸਿੱਖ ਧਰਮ ਦੀ ਭਾਵਨਾ ਹੁੰਦੀ, ਲਗਨ ਹੁੰਦੀ ਸੀ, ਸਮਰਪਿਤ ਦੀ ਭਾਵਨਾ ਹੁੰਦੀ। ਉਹ ਵਿਚਾਰਧਾਰਾ ਆਪਣੀ ਰਾਜਨੀਤਿਕ ਪੱਖ ਤੋਂ ਕਿਵੇਂ ਦੀ ਰੱਖਦਾ ਸੀ, ਉਹ ਗੱਲ ਮਾਇਨੇ ਨਹੀਂ ਸੀ ਰੱਖੀ ਜਾਂਦੀ। ਪੰਥ ਪ੍ਰਸਤ ਕਿੰਨਾ ਸੀ ਇਹ ਵੇਖਿਆ ਜਾਂਦਾ ਸੀ, ਉਹਨੂੰ ਮੈਂਬਰ ਨੋਮੀਨੇਟ ਕੀਤਾ ਜਾਂਦਾ ਸੀ। ਪਰ ਇਸ ਵਿਧਾਨ ਦੇ ਵਿੱਚ ਹੌਲੀ ਹੌਲੀ ਅੱਗੇ ਆ ਕੇ ਤਬਦੀਲੀਆਂ ਕਰ ਦਿੱਤੀਆਂ ਗਈਆਂ। ਕੁਝ ਲੋਕ ਜੋ ਸਥਾਪਿਤ ਹੋ ਗਏ ਤਾਂ ਉਹਨਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਚੁਣਨ ਦੀ ਇੱਕ ਪ੍ਰਕਿਰਿਆ ਬਣਾ ਲਈ, ਜੋ ਭਾਰਤੀ ਲੋਕਤੰਤਰ ਦੇ ਮੁਤਾਬਕ ਚੋਣ ਪ੍ਰਕਿਰਿਆ ਵਾ। ਤੇ ਚੋਣ ਪ੍ਰਕਿਰਿਆ ਦੇ ਵਿੱਚ VOTING ਕਰਨ ਲੱਗ ਪਏ। VOTING ਜਿਵੇਂ ਆਮ ਹੁੰਦੀ ਆ, ਆਮ ਰਾਏ ਲਈ ਜਾਂਦੀ ਆ ਵਿਧਾਨ ਸਭਾ ਲੋਕ ਸਭਾ ਦੀ, ਉਵੇਂ ਹੀ VOTING ਹੋਣ ਲੱਗ ਪਈ। ਉਹਦੇ ਵਿੱਚ ਫਿਰ ਕੀ ਹੋਇਆ, ਪੋਲੀਟੀਕਲ ਪਾਰਟੀਆਂ ਆਪਣੇ ਨੁਮਾਇੰਦੇ ਖੜੇ ਕਰਨ ਲੱਗ ਪਈਆਂ। ਹੁਣ ਅਸੀਂ ਇਹ ਕਹਿ ਸਕਦੇ ਹਾਂ ਵੀ ਜੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈਗੀ ਆ, ਕੋਈ ਸ਼ੱਕ ਨਹੀਂ, ਪਰ ਇੱਕ ਪੋਲੀਟੀਕਲ ਪਾਰਟੀ ਦੇ ਅਧੀਨ ਆ। ਠੀਕ ਹੈ ਨਾ, ਇੱਕ ਪੋਲੀਟੀਕਲ ਪਾਰਟੀ ਦਾ ਉਹਦੇ ਉੱਪਰ ਪੂਰਾ ਪ੍ਰਭਾਵ, ਪੂਰਾ ਫੁੱਲ ਪ੍ਰਭਾਵ ਹੈ ਉਹਦੇ ਉੱਪਰ, ਜਿਹਨੂੰ ਹਰ ਥਾਂ ਤੇ ਉਹ ਮੰਨਦੇ ਆ, ਮੰਨ ਕੇ ਚੱਲਦੇ। ਇਹ ਅਸੀਂ ਦੁਖਾਂਤ ਕਹਿ ਸਕਦੇ ਹਾਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਨਹੀਂ ਹੋਣਾ ਚਾਹੀਦਾ ਸੀ। ਚਾਹੀਦਾ ਇਹ ਸੀ ਵੀ ਉੱਥੇ ਹਰ ਖੇਤਰ ਤੋਂ ਕਿਸੇ ਵੀ ਪਾਰਟੀ ਦਾ ਬੰਦਾ ਆ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਸੀ। ਇਹ ਨਹੀਂ ਸੀ ਹੋਣਾ ਚਾਹੀਦਾ ਹੁਣ ਇੱਕ ਬੰਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜ ਕੇ ਉਹਨਾਂ ਵੱਲੋਂ ਚੋਣ ਜਿੱਤ ਕੇ ਮੰਤਰੀ ਵੀ ਰਹਿ ਜਾਂਦਾ ਤੇ ਉਹ ਬੰਦਾ ਜਾ ਕੇ ਉੱਥੇ ਪ੍ਰਧਾਨ ਵੀ ਬਣ ਜਾਂਦਾ ਕਮੇਟੀ 'ਚ। ਸਹੀ ਹੈ ਨਾ, ਉਹਨਾਂ ਨੂੰ ਮਤਲਬ ਪੋਲੀਟੀਕਲ ਪੱਖ ਤੋਂ ਪਰੇ ਰਹਿਣਾ ਚਾਹੀਦਾ ਵਾ। ਪੰਥ ਸਾਰਿਆਂ ਦਾ ਸਾਂਝਾ, ਪੰਥ ਕਿਸੇ ਇੱਕ ਰਾਜਨੀਤਿਕ ਧਿਰ ਦਾ ਹੈ ਨਹੀਂਗਾ, ਹੈ ਨਾ। ਇੱਥੇ ਕਿਸੇ ਵੀ ਪੋਲੀਟੀਕਲ ਵਿਚਾਰਧਾਰਾ ਨੂੰ ਮੰਨਣ ਵਾਲਾ ਕੋਈ ਗੁਰਸਿੱਖ ਹੋ ਸਕਦਾ ਹੈ, ਉਹਨਾਂ ਨੂੰ ਸਾਂਝਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਆ, ਪਰ ਇਹ ਨਹੀਂ ਹੋ ਰਿਹਾ ਅੱਜ ਦੇ ਸਮੇਂ। ਇਹ ਇੱਕ ਬੜਾ ਵੱਡਾ ਦੁਖਾਂਤ ਹੈ, ਤਰਾਸਦੀ ਹੈ। ਉਹ ਲੋਕ ਇਹਨੂੰ ਮੰਨਣ ਨਾ ਮੰਨਣ ਉਹਨਾਂ ਦੀ ਮਰਜ਼ੀ ਆ, ਹੈ ਨਾ। ਬਹੁਤੇ ਲੋਕ ਮੇਰੀ ਇਹ ਗੱਲ ਨਾਲ ਸਹਿਮਤ ਨਾ ਹੋਣ, ਇਹ ਤੁਹਾਡੀ ਆਪਣੀ ਮਰਜ਼ੀ ਆ, ਪਰ ਹਕੀਕਤ ਇਹੋ ਹੀ ਆ ਬਈ ਇੱਕ ਪਾਰਟੀ ਦਾ ਪ੍ਰਭਾਵ ਹੋਣ ਕਰਕੇ ਸਾਡੀ ਕੌਮ ਨੇ ਜਿਹੜੀ ਚੜ੍ਹਦੀ ਕਲਾ ਵਾਲੇ ਪਾਸੇ ਜਾਣਾ ਸੀ ਉਸ ਪਾਸੇ ਉਹ ਨਹੀਂ ਜਾ ਰਹੀ। ਇਹ ਇੱਕ ਤਰਾਸਦੀ ਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਹੋਏ ਨੇ, ਉਹਦਾ ਕਾਰਨ ਵੀ ਇਹੀ ਬਣ ਗਿਆ। ਇਹ ਇੱਦਾਂ ਦੇ ਮਸਲੇ ਨੇ ਜਿਹੜੇ ਉਹ ਪਾਰਟੀਆਂ ਉਠਾਉਂਦੀਆਂ, ਲੋਕਾਂ ਦੀ ਭਾਵਨਾ ਨੂੰ ਕੈਸ਼ ਕਰਦੀਆਂ, ਮੁੜ ਕੇ ਆ ਜਾਂਦੀਆਂ। ਹੁਣ ਆ ਜਿਹੜੀ ਸਰਕਾਰ ਬਣੀ ਹੈ ਜੀ, ਇਹ ਵੀ ਉਦੋਂ ਕਸਮਾਂ ਖਾਂਦੇ ਸੀ ਗੁਟਕਾ ਸਾਹਿਬ ਹੱਥ 'ਚ ਲੈ ਕੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਜੇਲ੍ਹਾਂ 'ਚ ਡੱਕ ਦਾਂਗੇ। ਕੀ ਕੀਤਾ? ਕੁਛ ਵੀ ਨਹੀਂ, ਹੈ ਨਾ ਜੀ, ਕਰਦੇ ਕੁਛ ਵੀ ਨਹੀਂ ਨਾ। ਸੋ ਇਹ ਕਾਰਨ ਹੈ ਵੀ ਭਾਵਨਾ, ਮੈਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਵੀ ਸ਼ਰਧਾ ਰੱਖੋ, ਪਰ ਸ਼ਰਧਾ ਇੰਨੀ ਨਾ ਰੱਖੋ ਵੀ ਸਾਡੀ ਸ਼ਰਧਾ ਨੂੰ ਕੈਸ਼ ਕਰਕੇ ਸਾਡਾ ਕੋਈ ਮਿਸਯੂਜ਼ ਕਰ ਜਾਏ। ਸਹੀ ਹੈ, ਸਾਨੂੰ ਉਸ ਪੱਖ ਤੋਂ ਬਚਣਾ ਚਾਹੀਦਾ ਹੈ, ਉਸ ਪੱਖ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਸੋ ਇਹ ਜਿਹੜਾ ਰਾਜਨੀਤਿਕ ਵਰਤਾਰਾ ਸਾਡੀਆਂ ਸਿੱਖ ਸੰਸਥਾਵਾਂ ਵਿੱਚ ਹੋ ਰਿਹਾ, ਇਹ ਬੜਾ ਤਕਲੀਫ ਦੇਣ ਵਾਲਾ, ਇਹ ਨਹੀਂ ਹੋਣਾ ਚਾਹੀਦਾ। ਤੇ ਗਿਆਨੀ ਜੀ, ਦਿਲ ਤਾਂ ਕਰਦਾ ਆ ਕਿ ਆਪਾਂ ਲੱਗੇ ਰਹੀਏ, ਗੱਲਾਂ ਤੁਹਾਡੀਆਂ ਇੰਨੀਆਂ ਕਿ ਦਿਲਚਸਪ ਹੈਗੀਆਂ ਕਿ ਰੂਹ ਨਹੀਂ ਕਰਦੀ ਕਿ ਤੁਹਾਤੋਂ ਇਜਾਜ਼ਤ ਲਈਏ, ਬਟ ਤੁਸੀਂ ਵੀ ਆਪਣੀ ਡਿਊਟੀ ਤੇ ਜਾਣਾ ਆ ਤੇ ਸਾਨੂੰ ਵੀ ਤੁਹਾਡੇ ਕੋਲੋਂ ਇਜਾਜ਼ਤ ਲੈਣੀ ਆ। ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਉਮੀਦ ਕਰਦੇ ਹਾਂ ਕਿ ਸਾਨੂੰ ਫਿਰ ਵੀ ਤੁਸੀਂ ਟਾਈਮ ਦੇਵੋਗੇ
ਜਦੋਂ ਅਸੀਂ ਤੁਹਾਨੂੰ ਯਾਦ ਕਰਾਂਗੇ ਹਾਂ, ਜਦੋਂ ਵੀ ਤੇ ਤੁਸੀਂ ਕਿਉਂਕਿ ਸੰਗਤਾਂ ਉਮੀਦ ਆ ਚਾਹਣਗੀਆਂ ਕਿ ਤੁਹਾਡੇ ਕੋਲੋਂ ਅਸੀਂ ਹੋਰ ਵੀ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਤੇ ਹੁਣ ਆਪਾਂ ਤੁਹਾਡੇ ਕੋਲੋਂ ਲੈਣੇ ਇਜਾਜ਼ਤ। ਬਹੁਤ ਬਹੁਤ ਧੰਨਵਾਦ ਧੰਨਵਾਦ ਜੀ। ਤੁਹਾਡਾ ਟਾਈਮ ਦੇਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਰੂਹਾਨੀਅਤ ਦੀਆਂ ਲੀਹਾਂ, ਸਾਡੇ ਨਾਲ ਜੁੜੇ ਸੀਗੇ ਗਿਆਨੀ ਜਸਵਿੰਦਰ ਸਿੰਘ ਜੀ ਮਸਤਵਾਣਾ ਤੋਂ, ਤੇ ਬਹੁਤ ਹੀ ਤੁਸੀਂ ਪਸੰਦ ਕੀਤਾ ਹੋਊਗਾ ਜੋ ਅਸੀਂ ਗੱਲਾਂ ਬਾਤਾਂ ਕੀਤੀਆਂ ਸਿੱਖ ਪੰਥ ਨੂੰ ਲੈ ਕੇ। ਤੇ ਆਪਣੇ ਵਿਚਾਰ ਤੁਸੀਂ ਜਿਹੜੇ ਹੈਗੇ ਆ ਕਮੈਂਟ ਕਰਕੇ ਜ਼ਰੂਰ ਦੱਸਣੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ। ਤੇ ਨਾਲ ਦੀ ਨਾਲ ਦੋਸਤੋ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਬੈਲ ਆਈਕਨ ਜਿਹੜੀ ਹੈਗੀ ਆ ਉਹਨੂੰ ਵੀ ਜਰਾ ਦੱਬ ਦਿਓ, ਕਿਉਂਕਿ ਨੈਕਸਟ ਟਾਈਮ ਜਿਹੜੇ ਸਾਡੇ ਕੋਈ ਵੀ ਪ੍ਰੋਗਰਾਮ ਦੀ ਵੀਡੀਓਸ ਹੈਗੀ ਆ ਤੁਹਾਡੇ ਕੋਲ ਜਲਦੀ ਘੰਟੀਆਂ ਵਜਾ ਕੇ ਪਹੁੰਚ ਜਾਇਆ ਕਰੂਗੀ। ਤੇ ਨਾਲ ਦੀ ਨਾਲ ਦੋਸਤੋ ਫੇਸਬੁੱਕ ਪੇਜ ਵੀ ਜਿਹੜਾ ਹੈਗਾ ਉਹਨੂੰ ਵੀ ਲਾਈਕ ਐਂਡ ਸ਼ੇਅਰ ਕਰ ਦਿਓ। ਤੇ ਲੈ ਕੇ ਹਾਜ਼ਰ ਹੋਵਾਂਗੇ ਫਿਰ ਕਿਸ ਦਿਨ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਹਾਨੀਅਤ ਦੀਆਂ ਲੀਹਾਂ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।